ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਏ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਜੋ ਹੈ ਉਹ ਯਾਦ ਕਰਾਂਗੇ। ਤੇ ਤੁਸੀਂ ਨੇ ਕਿਉਂਕਿ ਦੇਖੋ ਤੁਹਾਡੇ ਪੇਪਰ ਬਹੁਤ ਨਜ਼ਦੀਕ ਆ ਰਹੇ ਨੇ, ਤੁਹਾਨੂੰ ਪਤਾ ਹੈ ਕਿ ਅਗਲੇ ਮਹੀਨੇ ਹੀ ਤੁਹਾਡੇ ਐਗਜ਼ਾਮ ਨੇ। ਤੇ ਅੱਜ ਆਪਾਂ ਪੰਜਾਬੀ ਏ ਦੇ ਜੋ ਮਹੱਤਵਪੂਰਨ ਪ੍ਰਸ਼ਨ ਨੇ ਆਪਾਂ ਉਹ ਸਿਲੇਬਸ ਦੇ ਵਿੱਚੋਂ ਯਾਦ ਕਰਾਂਗੇ। ਠੀਕ ਹੈ, ਇਹ ਤੁਹਾਡੀ ਪ੍ਰੈਕਟਿਸ ਹੈ ਜੀ। ਤੇ ਦੇਖੋ ਤੁਹਾਡੇ ਪ੍ਰੀ ਬੋਰਡ ਵੀ ਸਟਾਰਟ ਹੋ ਰਹੇ ਨੇ ਜਲਦੀ, ਇਸ ਕਰਕੇ ਹਰ ਬੱਚਾ ਇਸ ਨੂੰ ਸੀਰੀਅਸਲੀ ਜੋ ਹੈ ਯਾਦ ਕਰੇ ਪ੍ਰਸ਼ਨਾਂ ਨੂੰ। ਦੇਖੋ ਤੁਹਾਨੂੰ ਜੋ ਇਕਾਂਗੀਆਂ ਨੇ ਪਹਿਲਾਂ ਆਪਾਂ ਉਹਨਾਂ ਦੇ ਰਾਈਟਰਸ ਦੀ ਗੱਲ ਕਰ ਲੈਣਾ, ਕਿਉਂਕਿ ਇਹਨਾਂ ਵਿੱਚੋਂ ਪ੍ਰਸ਼ਨ ਜ਼ਰੂਰ ਬਣ ਕੇ ਆ ਜਾਂਦਾ ਹੁੰਦਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ, ਦੇਖੋ ਸਮੁੰਦਰੋਂ ਪਾਰ ਜਿਹੜੀ ਇੱਕ ਇਕਾਂਗੀ ਹੈ, ਉਹ ਇਕਾਂਗੀ ਦਾ ਰਾਈਟਰ ਕੌਣ ਹੈ ਜੀ? ਉਹ ਹੈਗਾ ਕਪੂਰ ਸਿੰਘ ਘੁੰਮਣ। ਕਪੂਰ ਸਿੰਘ ਘੁੰਮਣ ਜਿਹੜਾ ਕਿ ਇੱਕ ਪ੍ਰਯੋਗਵਾਦੀ ਇਕਾਂਗੀਕਾਰ ਹੈ, ਉਸ ਦੁਆਰਾ ਲਿਖੀ ਹੋਈ ਇਕਾਂਗੀ ਹੈ ਸਮੁੰਦਰੋਂ ਪਾਰ। ਤੁਸੀਂ ਇਹਦਾ ਨਾਮ ਜ਼ਰੂਰ ਯਾਦ ਰੱਖਣਾ ਹੈ। ਦੂਸਰੀ ਇਕਾਂਗੀ ਆਪਾਂ ਨੂੰ ਹੈ ਇੱਕ ਦੂਜਾ ਵਿਆਹ, ਆਪਾਂ ਪੜ੍ਹੀ ਸੀ ਦੇਖੋ, ਜਿਹਦੇ ਵਿੱਚ ਨਿਹਾਲ ਕੌਰ ਅਤੇ ਮਨਜੀਤ ਸੱਸ ਨੂੰਹ ਨੇ। ਸੋ ਇਹ ਸੰਤ ਸਿੰਘ ਸੇਖੋਂ ਜੀ ਦੁਆਰਾ ਲਿਖੀ ਗਈ ਹੈ। ਇਸ ਰਾਈਟਰ ਦਾ ਨਾਮ ਵੀ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਸੰਤ ਸਿੰਘ ਸੇਖੋਂ ਜੀ, ਜਿਨ੍ਹਾਂ ਨੇ ਦੂਜਾ ਵਿਆਹ ਇਕਾਂਗੀ ਲਿਖੀ ਹੈ। ਇਸ ਤੋਂ ਬਾਅਦ ਹੀ ਇੱਕ ਇਕਾਂਗੀ ਤੁਹਾਨੂੰ ਹੈ ਨਾਇਕ, ਜਿਸ ਦਾ ਰਾਈਟਰ ਹੈ ਗੁਰਸ਼ਰਨ ਸਿੰਘ। ਇਹ ਵੀ ਨਾਮ ਤੁਸੀਂ ਜ਼ਰੂਰ ਯਾਦ ਕਰ ਲਿਓ। ਨਾਇਕ ਇਕਾਂਗੀ ਜੋ ਹੈ ਉਹਦਾ ਰਾਈਟਰ ਗੁਰਸ਼ਰਨ ਸਿੰਘ ਨਾਇਕ। ਉਸ ਤੋਂ ਬਾਅਦ ਵਿੱਚ ਇੱਕ ਇਕਾਂਗੀ ਜੋ ਤੁਹਾਨੂੰ ਆਉਂਦੀ ਹੈ ਉਹ ਹੈ ਜ਼ਫਰਨਾਮਾ, ਜਿਹੜਾ ਕਿ ਡਾਕਟਰ ਹਰਚਰਨ ਸਿੰਘ ਦੁਆਰਾ ਲਿਖਿਆ ਗਿਆ ਹੈ। ਜ਼ਫਰਨਾਮਾ ਜਿਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜੋ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਗਿਆ ਸੀ। ਇਹਦੇ ਨਾਲ ਹੀ ਇੱਕ ਇਕਾਂਗੀ ਤੁਹਾਨੂੰ ਹੋਰ ਹੈ, ਜਿਸ ਦਾ ਨਾਮ ਹੈਗਾ ਜੀ ਬੰਬ ਕੇਸ, ਅਤੇ ਉਹਦਾ ਜੋ ਰਾਈਟਰ ਹੈ ਉਹ ਹੈਗਾ ਬਲਵੰਤ ਗਾਰਗੀ। ਬਲਵੰਤ ਗਾਰਗੀ ਦੁਆਰਾ ਲਿਖਿਆ ਗਿਆ ਹੈਗਾ ਬੰਬ ਕੇਸ। ਇਹ ਇਕਾਂਗੀ ਵੀ ਪੜ੍ਹੀ ਸੀ, ਜਿਹਦੇ ਵਿੱਚ ਜੋ ਇੱਕ ਮਿਸਤਰੀ ਹੁੰਦਾ ਹੈ ਨਾ, ਉਸ ਨੂੰ ਜੋ ਪੁਲਿਸ ਹੈ ਉਹ ਗਲਤ ਸਮਝ ਲੈਂਦੀ ਹੈ ਕਿ ਇਹ ਬੰਬ ਬਣਾਉਂਦਾ ਹੈ, ਉਸ ਨੂੰ ਪਤਾ ਨਹੀਂ ਹੁੰਦਾ ਬੰਬ ਕਿਸ ਨੂੰ ਕਹਿੰਦੇ ਹਨ, ਇਸ ਕਰਕੇ। ਸੋ ਇਹ ਇਕਾਂਗੀਆਂ ਦੇ ਨਾਮ ਤੁਸੀਂ ਜ਼ਰੂਰ ਯਾਦ ਰੱਖਣੇ ਨੇ ਜੀ। ਅੱਗੇ ਆਪਾਂ ਕੁਛ ਹੋਰ ਪ੍ਰਸ਼ਨ ਯਾਦ ਕਰਦੇ ਹਾਂ, ਜਿਸ ਤਰ੍ਹਾਂ ਕਿ ਤੁਹਾਨੂੰ ਜੋ ਕਹਾਣੀਆਂ ਹਨ ਉਹਨਾਂ ਦੇ ਕਹਾਣੀਕਾਰ ਹਨ, ਉਹਨਾਂ ਦੇ ਨਾਮ ਯਾਦ ਕਰਨੇ ਜ਼ਰੂਰੀ ਨੇ ਸਾਡੇ ਵਾਸਤੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਕੁਲਫੀ ਕਹਾਣੀ, ਜੋ ਪੜ੍ਹੀ ਸੀ ਆਪਾਂ ਨੇ, ਸੁਜਾਨ ਸਿੰਘ ਜੀ ਦੁਆਰਾ ਲਿਖੀ ਗਈ ਹੈ। ਇੱਕ ਬੱਚੇ ਦੀ ਕਹਾਣੀ ਸੀਗੀ, ਹੈ ਨਾ। ਸੋ ਬਾਲ ਮਨੋਵਿਗਿਆਨ ਦੇ ਨਾਲ ਸੰਬੰਧਿਤ ਕਹਾਣੀ ਹੈ ਇਹ ਕੁਲਫੀ ਕਹਾਣੀ। ਸੋ ਉਹ ਤੋਂ ਬਾਅਦ ਵਿੱਚ ਜੋ ਹੈ ਵਰਿਆਮ ਸੰਧੂ ਜੀ ਦੀ ਕਹਾਣੀ ਅੰਗ ਸੰਗ, ਇਹ ਵੀ ਪੜ੍ਹੀ ਸੀ ਆਪਾਂ ਨੇ, ਅੰਗ ਸੰਗ ਕਹਾਣੀ ਵਰਿਆਮ ਸੰਧੂ ਜੀ ਦੀ। ਉਸ ਤੋਂ ਬਾਅਦ 'ਚ ਬੰਬ ਬਹਾਦਰ, ਜਿਹੜੀ ਕਿ ਗੁਰਬਖਸ਼ ਸਿੰਘ ਜੀ ਦੁਆਰਾ ਲਿਖੀ ਗਈ ਹੈ। ਤੁਰਨ ਦਾ ਇੱਕ ਪੈਰ ਘੱਟ ਤੁਰਨਾ, ਡਾਕਟਰ ਅਜੀਤ ਕੌਰ ਜੀ ਦੀ ਕਹਾਣੀ ਹੈ, ਅਜੀਤ ਕੌਰ ਜੀ ਦੁਆਰਾ ਲਿਖੀ ਗਈ ਹੈ। ਉਰੇ ਤੁਰਨਾ ਜਸਟ ਨੇ ਸ਼ਾਰਟ ਲਿਖਿਆ ਹੋਇਆ ਹੈਗਾ, ਹੈ ਨਾ। ਸੋ ਇੱਕ ਪੈਰ ਘੱਟ ਤੁਰਨਾ ਅਜੀਤ ਕੌਰ ਜੀ ਦੀ ਕਹਾਣੀ ਹੈ। ਉਸ ਤੋਂ ਬਾਅਦ ਵਿੱਚ ਬਲਦ ਦਾ ਮਤਲਬ ਹੈਗਾ ਧਰਤੀ ਹੇਠਲਾ ਬਲਦ। ਜਿਹੜੀ ਧਰਤੀ ਹੇਠਲਾ ਬਲਦ ਹੈ ਕਹਾਣੀ, ਉਹ ਕੁਲਵੰਤ ਸਿੰਘ ਵਿਰਕ ਜੀ ਦੁਆਰਾ ਲਿਖੀ ਗਈ ਹੈ। ਕੁਲਵੰਤ ਸਿੰਘ ਵਿਰਕ, ਧਰਤੀ ਹੇਠਲਾ ਬਲਦ, ਜਿਹੜੀ ਫੌਜੀਆਂ ਵਾਲੀ ਕਹਾਣੀ ਸੀਗੀ, ਹੈ ਨਾ। ਸੋ ਅੱਗੇ ਆਪਾਂ ਦੇਖਦੇ ਹਾਂ ਜੀ ਬਾਗੀ ਦੀ ਧੀ। ਬਾਗੀ ਦੀ ਧੀ ਜਿਹੜੀ ਕਿ ਵਿਦਿਆਰਥੀਓ ਗੁਰਬਖਸ਼ ਮੁਸਾਫਰ ਜੀ ਦੁਆਰਾ ਲਿਖੀ ਗਈ ਹੈ। ਜਿਹੜੀ ਕਿ ਗੁਰਮੁਖ ਸਿੰਘ ਮੁਸਾਫਰ ਦੁਆਰਾ ਲਿਖੀ ਗਈ ਹੈ। ਗਲਤੀ ਨਾਲ ਮੈਂ ਗੁਰਬਖਸ਼ ਸਿੰਘ ਕਹਿ ਗਿਆ ਸੀਗਾ ਜੀ, ਉਹ ਪ੍ਰੀਤ ਲੜੀ ਆਪਾਂ ਉੱਪਰ ਕਰਕੇ ਆਇਆ। ਅਤੇ ਗੁਰਮੁਖ ਸਿੰਘ ਮੁਸਾਫਰ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹਨ ਕੁਝ ਸਮਾਂ। ਸੋ ਇਹ ਵੀ ਤੁਸੀਂ ਜ਼ਰੂਰ ਯਾਦ ਰੱਖਣੇ ਨੇ ਜੀ ਰਾਈਟਰਾਂ ਦੇ ਨਾਮ, ਠੀਕ ਹੈ। ਸੋ ਅੱਗੇ ਅਸੀਂ ਪੜ੍ਹਦੇ ਹਾਂ ਜੀ ਕੁਛ ਹੋਰ ਪ੍ਰਸ਼ਨ ਮਹੱਤਵਪੂਰਨ। ਇਹ ਤੁਹਾਡਾ ਸਿਲੇਬਸ ਦਿੱਤਾ ਹੈ, ਮੈਂ PDF ਸ਼ੇਅਰ ਕਰ ਦੂੰਗਾ ਤੁਹਾਡੇ ਨਾਲ, ਤੁਸੀਂ ਜ਼ਰੂਰ ਬੇਟਾ ਯਾਦ ਕਰਨੇ ਨੇ ਇਹ, ਕਿਉਂਕਿ ਦੇਖੋ ਤੁਹਾਡੀ ਬੋਰਡ ਦੀ ਕਲਾਸ ਹੈ। ਇਸ ਗੱਲ ਕਰਕੇ ਆਪਣਾ ਜੋ 1 ਵਰਡ ਕੁਐਸਚਨ ਨੇ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਜੀ। ਇਹਨਾਂ ਵਿੱਚੋਂ MCQs ਬਣ ਕੇ ਵੀ ਆ ਜਾਂਦੇ ਨੇ, ਹੈ ਨਾ। ਮੈਂ ਥੋੜ੍ਹਾ ਫਾਸਟ ਪੜ੍ਹੂੰਗਾ ਬੇਟਾ, ਤਾਂ ਤੁਹਾਨੂੰ ਲੈਸਨ ਪੜ੍ਹਿਆ ਹੋਇਆ ਦੇਖੋ ਤੁਹਾਨੂੰ ਯਾਦ ਆ ਜਾਊਗਾ ਜੀ। ਫਿਰ ਉਹ ਰਸ਼ੀਦ ਦਾ ਪੁੱਤਰ ਜੋ ਸੀਗਾ ਅਸਲਮ, ਉਹ ਅਮਰੀਕਾ ਵਿੱਚ ਰਹਿੰਦਾ ਸੀ, ਯਾਦ ਰੱਖਿਓ। ਵੀਰਾਂ ਵਾਲੀ ਵਜ਼ੀਰੇ ਦੀ ਮਾਂ ਲੱਗਦੀ ਸੀਗੀ, ਹੈ ਨਾ। ਬੰਤੇ ਦੇ ਕਿੰਨੇ ਮੁੰਡੇ ਕੁੜੀਆਂ ਸਨ? ਇੱਕ ਮੁੰਡਾ ਅਤੇ 2 ਕੁੜੀਆਂ। ਆਪਾਂ ਪੜ੍ਹਿਆ ਸੀ ਨਾ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਨਵਾਂ ਸਾਲ ਦੇ ਵਿੱਚ ਬੰਤੇ ਦੇ ਬਾਰੇ, ਜਿਹੜਾ ਕਿ ਆਪਣੀਆਂ ਬੱਚਿਆਂ ਵਿੱਚ
अपने बेटे ते दो बेटियां विच कोई फर्क नहीं समझदा, बड़ा बेचारा एक मजबूर जिहा इंसान है बंता। बंते दे वाल किसने कटवा दिते सन, तां उहदे वड्डे मामे ने उसदे वाल कटवा दिते सीगे जी। उस तो बाद मनजीत जिहड़ी हैगी है दे पति का नाम की सीगा, सुखदेव। ये दूजा वाई कंग च आपां पढ़िया सी ना, मनजीत जिहड़ी कि निहाल कौर दी नूंह हुंदी है ना, उहदा पति है सुखदेव। चलो अगे आपां पढ़दे हां, तुहानूं याद आई जाऊगा सारा कुछ। बंते नूं अपनी किहड़ी मामी चंगी लगदी सीगी? सब तो छोटी मामी नूं चंगी लगदी सी। बाबा राम सिंह दे पैरोकार नामधारी ते कुक्के अखवाउंदे हन, इसे करके बाबा राम सिंह कुक्का भी किया जाता है। रशीद कित्थे नौकरी करदा सीगा? दिल्ली दे दफ्तर दे विच। अमीर घरां विच किन्हां दी सेहत ठीक रहिंदी है? नौकरां दी, क्योंकि वो सारा दिन कामकार करदे हन उन्हां दा। जफरनामा डॉक्टर हरचरण सिंह जी की इकांगी है। बंता पढ़न तो हट गया सी क्योंकि उसके पिता की मौत हो गई सी अते वो जिहदे करके केवल 5 क्लासां तक ही पढ़ सकिया, पर उसकी पढ़न की बड़ी इच्छा सीगी। दयाले की घरवाली कित्थे गई रहिंदी सी? पेके। दयाला बंते का ही दोस्त सीगा, रिक्शा चलाउंदा वो भी है ना, पढ़िया सी आपां ने। सो उसकी घरवाली उहदे नाल अक्सर लड़ के पेके गई रहिंदी है। पूरन का जन्म जिहड़ी कि विद्यार्थियों कादर यार की रचना है पूरन भगत, उहदे विचों क्वेश्चन हैगा जी, ये सियालकोट च जन्म हुंदा है। भाई गुरदास जी की कविता का नाम देख पराइयां चंगियां, जिहदे विचों गल करदे ने मावां धीआं भैणां जाण इदां है ना। सो सिखां दी अरदास विच किस चीज़ की मंग हुंदी है? सरबत दे भले की मंग की जाती है जी, तो हर मौके उत्ते अरदास नूं अहमियत दित्ती जाती है। लेखक दे दादे किन्ने भरा सीगे? 4 भरा सीगे। तुरन नाल मन विच की उपजदा है? स्वै विश्वास। यह जो है तुरन दा हुनर दे विचों लिया गया है। डॉक्टर नरिंदर सिंह कपूर जी का रचना हैगी है जी ये तुरन दा हुनर। सो ये साडे विच किते ना किते स्वैमान भी लैके आउंदा है। वीरां वाली विद्यार्थियों जिहड़ी कि वीरां वाली है वो किशन सिंह की भैन लगती है। वीरां वाली बागी दी धी विचों लिया गया है जी ये प्रश्न। बम बहादुर जिहड़ा हैगा विद्यार्थियों महंत का नाम की सीगा? माता दीन। अमरीक अनुसार प्यो किहो जिहे होने चाहिए हैं? चिट्टी दाड़ी वाले होने चाहिए हैं। नायक नावल का नायक रिक्शे के पहिए की तुलना किहदे नाल करदा है? जिंदगी दे नाल। आपां पढ़िया है भी जिवें जिंदगी चलती पहिया चलता है इदां जिंदगी चलती रहिंदी है। बंते ने करजा किस काम लई लिया सी? अपनी भैन दे विआह दे लई लिया सी। इसे कारण ही वो अपना विआह दे लई ना नुकर कर रहा सी ना, कि पहलां भैन दे विआह दा करजा है, उस तो बाद जे मैं विआह किया तो होर करजा चढ़ जाएगा। अगे खद्दरपोश बीबी शरण कौर आपां पढ़िया सी विद्यार्थियों दे बारे, जो कि एक देश भगत सीगी। उहदा पति भी देश भगत सीगा अते ये भी देश भगत सीगी जो तिरंगा झंडा लैके तुर रही सी। ठट्ठीकारा पिंड विद्यार्थियों अंमृतसर के नेड़े हैगा। देखो आपां ये पढ़िया सीगा धरती हेठला बल्द दे विच, धरती हेठला बल्द विरक की जो कहानी है उहदे विच आपां पढ़िया सीगा ठट्ठीकारा, ठीक है ना। सो जिहड़े करम सिंह ते मान सिंह फौजी सीगे। उस तो बाद आपां गल करदे हां तानपुरे वाली कुड़ी जलंधर की करन गई सी? रेडियो स्टेशन के प्रोग्राम दे विच प्रोग्राम देन गई सी उसनूं। औरंगजेब जफरनामा किसने लिखा? औरंगजेब नूं जफरनामा किसने लिखा सीगा? श्री गुरु गोबिंद सिंह जी ने लिखा सीगा। बंता की काम करदा है? रिक्शा चलाउंदा है। आपां देखिआ एक होर नवां साल दे विच किवें ओह साल के पहले दिन ही जो है जल्दी रेलवे स्टेशन के उत्ते जो कालका तो ट्रेन आ रही है उहदी सवारी लैण वास्ते जांदा है। पच्छम वालियां ने कालीदास नूं की कहा है? हिंदुस्तान का शेक्सपीयर। विद्यार्थियों शेक्सपीयर एक बहुत बड़ा राइटर है। सो कालीदास की तुलना उहदे नाल कीती गई है। अगे पढ़ते हैं जी एक पैर घट तुरना अजीत कौर जी की कहानी है, जिहदे विच आपां पढ़िया सीगा कि जिहड़ा दा मुख पात्र है उसनूं पता लगता है कि भाई उसनूं कैंसर है अते उहदा बेटा जो है वो अमरीका गया होया है ना। पढ़िया सी ना अपने रशीद उहदा बेटा अमेरिका गया होया हैगा अते ओह इस गल करके अपने जिहड़े दिन ने ओह आप चंगी तरह जिउणा चाहुंदा है, दवाइयां दे सिर ते नहीं रहना चाहुंदा। वो एक पैर घट तुरना। निहाल कौर अपनी नूंह नूं किस गल का डरावा दिंदी रहिंदी है? अपने पुत्त के दूजे विआह का। ये पढ़िया सी आपां चंगी तरह, क्योंकि खुद निहाल कौर के भी 2 विआह होए सीगे जी, जिहदे करके उसनूं मतलब कि सारी उम्र यह संताप भोगना पिया अते उहनूं लगदा है कि जेकर मैं अपनी नूंह नूं भी ये डरावा दिंदी रहांगी तां ओह मेरे कंट्रोल दे विच रहूगी। नावल एक होर नवां साल विद्यार्थियों 3 कांडां विच आपां नूं पता हैगा ये सवेर दोपहर ते शाम।
फुम्मन अपने पिता बंते तो किहड़ा पाठ पढ़ना चाहुंदा है? अपना देश। ठीक है, सो फुम्मन ਬੰਤੇ बेटा है, छोटा बेटा है, ਅਤੇ ਜਦੋਂ ਬੰਤਾ ਘਰੇ ਆਉਂਦਾ ਹੈ ਉਹਦੀ ਰਿਕਸ਼ੇ ਟੱਲੀ ਵਗੈਰਾ ਵਜਾਉਂਦਾ ਰਹਿੰਦਾ ਹੈ ਉਹ, ਅਤੇ ਉਸ ਨੂੰ ਪਾਠ ਪੜ੍ਹਾਉਣ ਦੇ ਲਈ ਅਕਸਰ ਕਹਿੰਦਾ ਹੈ। ਸ਼ੁਕਰਾਤ ਨੇ ਸ਼ਰਬਤ ਵਾਂਗ ਜ਼ਹਿਰ ਨੂੰ ਪੀਤਾ ਸੀ। ਇਹ ਆਪਾਂ ਅਰਦਾਸ 'ਚ ਪੜ੍ਹਿਆ ਸੀਗਾ ਜੀ ਪਾਠ ਦੇ ਵਿੱਚ। ਦੂਜਾ ਵਿਆਹ ਇਕਾਂਗੀ ਸੰਤ ਸਿੰਘ ਸੇਖੋਂ ਜੀ। ਜ਼ਫਰਨਾਮਾ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਜਿਹੜਾ ਕਿ ਸ਼ਾਹ ਮੁਹੰਮਦ ਦੁਆਰਾ ਲਿਖਿਆ ਗਿਆ ਹੈ। ਠੀਕ ਹੈ, ਉਹ ਤੋਂ ਬਾਅਦ ਜਿਹਦੇ ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਦਾ ਜ਼ਿਕਰ ਕੀਤਾ ਗਿਆ ਹੈ। ਬਾਬਾ ਰਾਮ ਸਿੰਘ ਕੁੱਕਾ, ਸਰਦਾਰ ਕਪੂਰ ਸਿੰਘ ਜੀ ਦੀ ਇਹ ਰਚਨਾ ਹੈ। ਉਹ ਤੋਂ ਬਾਅਦ ਵਿੱਚ ਮਾਸੀ ਦੇ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਨਾਮ ਬਲਵੰਤ ਰਾਏ ਸੀਗਾ ਜੀ। ਠੀਕ ਹੈ ਨਾ, ਸੋ ਆਪਾਂ ਨੇ ਪੜ੍ਹਿਆ ਸੀ ਨਾ, ਜਿਹੜਾ ਉੱਥੇ ਜਾ ਕੇ ਹੋਰ ਵਿਆਹ ਕਰ ਲੈਂਦਾ ਹੈ, ਉਹਦੀ ਆਪਣੀ ਪੁਰਾਣੀ ਪਤਨੀ ਨੂੰ ਛੱਡ ਦਿੰਦਾ ਹੈ, ਇਸ ਤਰ੍ਹਾਂ ਹੈ ਨਾ, ਪੜ੍ਹਿਆ ਸੀ ਆਪਾਂ ਨੇ ਉਹਦੀ। ਚਲੋ ਅੱਗੇ, ਗੁਰੂ ਤੇਗ ਬਹਾਦਰ ਜੀ ਦਾ ਕਤਲ ਦਾ ਹੁਕਮ ਔਰੰਗਜ਼ੇਬ ਨੇ ਦਿੱਤਾ ਸੀਗਾ ਜੀ। ਬਚਪਨ 'ਚ ਬੰਤਾ ਕਿਸ ਕੋਲੋਂ ਬਾਤਾਂ ਸੁਣ ਕੇ ਆਨੰਦ ਲੈਂਦਾ ਸੀ? ਆਪਣੀ ਬੇਬੇ ਕੋਲੋਂ। ਮਨਜੀਤ ਨਿਹਾਲ ਕੌਰ ਦੀ ਨੂੰਹ ਲੱਗਦੀ ਹੈ ਜੀ। ਬੰਤਾ ਤਾਰੂ ਨੂੰ ਸਵੇਰੇ ਸਵੇਰੇ ਕਿਹੜੀ ਚਾਹ ਪੀਣ ਲਈ ਕਹਿੰਦਾ ਹੈ? ਬੈੱਡ ਟੀ। ਜਿਸ ਤਰ੍ਹਾਂ ਕਿ ਅਮੀਰ ਲੋਕ ਸਵੇਰ ਉੱਠ ਕੇ ਬੈੱਡ ਟੀ ਲੈਂਦੇ ਨੇ, ਉਹ ਵੀ ਬੈੱਡ ਟੀ ਪੀਣਾ ਚਾਹੁੰਦਾ ਹੈ। ਇੱਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਬੰਤਾ। ਠੀਕ ਹੈ, ਉਹ ਤੋਂ ਬਾਅਦ ਬੁੱਲੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ? ਚੁੱਲ੍ਹੇ ਨੂੰ। ਠੀਕ ਹੈ, ਬੁੱਲੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ? ਚੁੱਲ੍ਹੇ ਨੂੰ ਕਿਹਾ ਗਿਆ ਹੈ। ਉਸ ਤੋਂ ਬਾਅਦ 'ਚ ਆਪਾਂ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ। ਤੁਰਨ ਦਾ ਹੁਨਰ, ਜਿਹੜੇ ਕਿ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਰਚਨਾ ਹੈ, ਜਿਹਦੇ ਵਿੱਚੋਂ ਉਹਨਾਂ ਨੇ ਇਸ ਗੱਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਰਨਾ ਵੀ ਇੱਕ ਹੁਨਰ ਹੈ। ਅੱਗੇ ਰਸ਼ੀਦ ਦੀ ਪਤਨੀ ਦਾ ਨਾਮ ਫਰੀਦਾ। ਮਾਨ ਸਿੰਘ ਕਿੱਥੋਂ ਛੁੱਟੀ ਲੈ ਕੇ ਆਇਆ ਸੀ? ਫੌਜ ਵਿੱਚੋਂ। ਪੜ੍ਹਿਆ ਸੀ ਆਪਾਂ, ਮਾਨ ਸਿੰਘ ਅਤੇ ਕਰਮ ਸਿੰਘ ਦੋਨੋਂ ਦੋਸਤ ਸੀਗੇ, ਹੈ ਨਾ, ਤਾਂ ਫੌਜ ਵਿੱਚੋਂ ਉਹ ਛੁੱਟੀ ਲੈ ਕੇ ਆਇਆ ਸੀ। ਇੱਕ ਹੋਰ ਨਵਾਂ ਸਾਲ ਦਾ ਲੇਖਕ ਨਰਿੰਜਨ ਤਸਨੀਮ ਹੈਗਾ ਜੀ। ਨਰਿੰਜਨ ਤਸਨੀਮ ਦੁਆਰਾ ਲਿਖਿਆ ਗਿਆ ਇਹ ਨਾਵਲ ਹੈ। ਅੱਗੇ ਆਪਾਂ ਪੜ੍ਹਦੇ ਹਾਂ, ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ? ਖਿੰਗਰ ਨੂੰ। ਕਹਾਣੀ ਵਿੱਚ ਧਰਤੀ ਹੇਠਲਾ ਬਲਦ ਕਿਸ ਨੂੰ ਕਿਹਾ ਗਿਆ ਹੈ? ਫੌਜੀ ਕਰਮ ਸਿੰਘ ਦੇ ਪਿਤਾ ਨੂੰ, ਕਿਉਂਕਿ ਉਸ ਨੇ ਮਤਲਬ ਕਿ ਆਪਣੇ ਪੁੱਤਰ ਦੀ ਮੌਤ ਨੂੰ ਵੀ ਛੁਪਾ ਕੇ ਰੱਖਿਆ, ਏਡੇ ਵੱਡੇ ਬੋਝ ਨੂੰ ਛੁਪਾ ਕੇ ਰੱਖਿਆ। ਲੇਖਕ ਦੇ ਦਾਦੇ ਵਿਆਹ ਵਿੱਚ ਕਿਹੜੇ ਪਿੰਡ ਗਏ ਸਨ? ਛਾਪੇ ਪਿੰਡ ਵਿੱਚ, ਜਿੱਥੇ ਉਹ ਬਹੁਤ ਸਾਰਾ ਜਿਹੜਾ ਪ੍ਰਸ਼ਾਦ ਬਣਿਆ ਹੋਇਆ ਸੀ ਉਹ ਖਾ ਗਏ ਸੀਗੇ। ਸਾਰੇ ਪਿੰਡ ਦਾ ਸਾਰਾ ਪ੍ਰਸ਼ਾਦ ਹੀ ਖਾ ਗਏ ਸੀਗੇ ਜੀ, ਬਾਕੀ ਕਿਸੇ ਵਾਸਤੇ ਨਹੀਂ ਸੀ ਬਚਿਆ। ਕਿਸ ਧਰਮ 'ਚ ਅਰਦਾਸ ਦੀ ਖਾਸ ਅਹਿਮੀਅਤ ਹੈ? ਸਿੱਖ ਧਰਮ ਦੇ ਵਿੱਚ। ਲੇਖਕ ਅਨੁਸਾਰ ਆਮ ਕਰਕੇ ਸਿਆਣੇ ਅਤੇ ਦਿਲਚਸਪ ਕੌਣ ਹੁੰਦੇ ਹਨ? ਅੰਨੇ। ਠੀਕ ਹੈ, ਲੇਖਕ ਅਨੁਸਾਰ। ਲੇਖਕ ਜ਼ਿੰਦਗੀ ਦਾ ਅਸਲ ਸੋਨਾ ਕਿਸ ਨੂੰ ਕਹਿੰਦਾ ਹੈ? ਅਕਲ ਨੂੰ, ਜਿਹੜੀ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ। ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਕਿਹਦੇ ਹੱਥ ਭੇਜਿਆ ਸੀ? ਭਾਈ ਦਿਆਲ ਸਿੰਘ ਦੇ ਹੱਥ ਭੇਜਿਆ ਸੀ। ਸੋ ਅੱਗੇ ਆਪਾਂ ਵਿਦਿਆਰਥੀਓ ਇਹ ਕੁਝ ਕਾਵਿ ਨੇ, ਦੇਖੋ ਹੈ ਨਾ। ਸੋ ਆਪਾਂ ਸਭ ਤੋਂ ਪਹਿਲਾਂ ਦੇਖੋ ਗੁਰੂ ਅਰਜਨ ਦੇਵ ਜੀ ਦੀ ਲਈ ਹੈ, ਕਿਉਂਕਿ ਨਾ ਇਹ ਰਿਵੀਜ਼ਨ ਕਲਾਸ ਹੀ ਹੈ, ਆਪਾਂ ਰਿਵੀਜ਼ਨ ਕਲਾਸ ਲਗਾਇਆ ਕਰਾਂਗੇ ਬੇਟਾ ਰੋਜ਼ ਤੁਹਾਡੀ, ਅਤੇ ਤੁਸੀਂ ਜ਼ਰੂਰ ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈਗਾ ਜੀ। ਵਿਦਿਆਰਥੀ ਦੇਖੋ, ਗੁਰੂ ਅਰਜਨ ਦੇਵ ਜੀ ਦੀ ਇਹ ਜਿਹੜੀ ਹੈ ਰਚਨਾ, ਪਹਿਲੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ ਤੂੰ ਹੈ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਹੋ ਕਿਹਾ ਕਾੜਾ ਜੀਓ। ਠੀਕ ਹੈ, ਸੋ ਵੈਸੇ ਇਹ ਕਲਾਸ ਆਪਾਂ ਪੜ੍ਹੀ ਵੀ ਸੀਗੀ ਜੀ, ਇੱਕ ਵਾਰ ਤੁਸੀਂ ਬੇਟਾ ਜ਼ਰੂਰ ਇਹਦੇ ਸਰਲ ਅਰਥ ਜਿਹੜੇ ਹੈਗੇ ਨੇ, ਪ੍ਰਸੰਗ ਦੇਖੋ ਉਸ ਤਰ੍ਹਾਂ ਲਿਖਣਾ ਹੈ ਕਿ ਸਾਡੀ ਸਾਹਿਤਮਾਲਾ ਦੇ ਵਿੱਚ ਦਰਜ ਹੈਗੀ ਹੈ ਜੀ, ਗੁਰਮਤਿ ਕਾਵਿ 'ਚੋਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਠੀਕ ਹੈ ਨਾ, ਸੋ ਜਿਹਦੇ 'ਚ ਉਸਨੇ ਪਰਮਾਤਮਾ ਦੀ ਟੇਕ ਆਸਰੇ ਦੀ ਗੱਲ ਕੀਤੀ ਹੈ, ਅਤੇ ਵਿਦਿਆਰਥੀਓ ਦੱਸਿਆ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਪਾਂ ਉਸ ਨੂੰ ਪਹਿਚਾਣ ਸਕਦੇ ਹਾਂ। ਜਿਸ 'ਚ ਲਿਖਿਆ ਦੇਖੋ, ਤੁਮਰੀ ਕਿਰਪਾ ਤੇ ਤੁਧ ਪਛਾਤਾ। ਠੀਕ ਹੈ, ਵੀ ਹਰ ਇੱਕ ਇਨਸਾਨ ਇਹ ਗੱਲ ਨੂੰ ਨਹੀਂ ਸਮਝ ਸਕਦਾ, ਜਿਹਦੇ 'ਤੇ ਉਸ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਹੀ ਇਸ ਚੀਜ਼ ਨੂੰ ਸਮਝ ਸਕਦਾ ਹੈ। ਠੀਕ ਹੈ, ਸੋ ਵਿਦਿਆਰਥੀਓ ਇਹਦਾ ਜ਼ਰੂਰ ਤੁਸੀਂ ਇੱਕ ਵਾਰ ਜਿਹੜਾ ਹੈਗਾ ਇਹ ਸਾਰਾ ਜ਼ਰੂਰ ਦੇਖ ਲੈਣਾ। ਸੋ ਅੱਗੇ ਇਹੀ ਕਵਿਤਾ ਹੈ, ਅੱਗੇ ਹੋਰ ਤੁਸੀਂ ਪੜ੍ਹ ਲੈਣਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਗੁਰੂ ਅਰਜਨ ਦੇਵ ਜੀ ਦੀ। ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਉਹ ਕਦੇ ਵੀ ਕੌੜੇ ਬੋਲ ਨਹੀਂ ਬੋਲਦਾ, ਪਰਮਾਤਮਾ ਮਿੱਠੇ ਬੋਲ ਬੋਲਦਾ ਹੈ। ਤੂੰ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਆਪਣੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਲਿਖੀਆਂ ਹੋਈਆਂ ਚਿੱਠੀਆਂ ਵਿੱਚੋਂ ਲਿਆ ਗਿਆ ਹੈ। ਠੀਕ ਹੈ ਨਾ, ਜਿਹਦੇ ਵਿੱਚੋਂ ਗੱਲ ਕਰਦੇ ਹਨ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਕ ਕਰੇ ਚਾਤਰਕ ਕੀ ਨਿਆਈ, ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੇ ਸੰਤ ਪਿਆਰੇ ਜੀਓ, ਹੋਂ ਘੋਲੀ ਜੀਓ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਜਿਹਦੇ ਵਿੱਚ ਉਹ ਆਪਣੇ ਜਦੋਂ ਗੁਰੂ ਪਿਤਾ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਦੂਰ ਹੋ ਜਾਂਦੇ ਹਨ, ਤਾਂ ਆਪਣੇ ਮਨ ਦੀ ਜੋ ਸਥਿਤੀ ਹੈ ਉਸ ਨੂੰ
ਵਿਆਕੁਲਤਾ ਹੈ ਉਹ ਉਸ ਨੂੰ ਇੱਕ ਚਿੱਠੀ ਪੱਤਰ ਦੇ ਰਾਹੀਂ ਦੱਸਦੇ ਹਨ ਕਿ ਪਿਤਾ ਜੀ ਤੁਹਾਡੇ ਦਰਸ਼ਨ ਮੇਰੇ ਲਈ ਕਿੰਨੇ ਕੁ ਜ਼ਰੂਰੀ ਹਨ। ਸੋ ਇਹਦੇ ਸਰਲ ਅਰਥ ਨੇ, ਇਹ ਵੀ ਤੁਸੀਂ ਇੱਕ ਵਾਰ ਜ਼ਰੂਰ ਪੜ੍ਹ ਲੈਣੇ ਜੀ। ਸੋ ਅੱਗੇ ਦੇਖੋ, ਭਾਈ ਗੁਰਦਾਸ ਜੀ ਦੀ ਕਵਿਤਾ ਲਿਖੀ ਗਈ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ। ਸੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਲਿਆ ਗਿਆ ਹੈ, ਜਿਨ੍ਹਾਂ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ। ਸਾਹਿਤਮਾਲਾ ਦੇ ਵਿੱਚ ਗੁਰਮਤ ਕਾਵਿ ਦੇ ਅਧੀਨ ਇਹ ਜੋ ਹੈ ਪਹਿਰਾ ਸਾਨੂੰ ਮਿਲਦਾ ਹੈ। ਸੋ ਜੋ ਉਹਨਾਂ ਦੇ 39 ਵਾਰਾਂ ਹਨ, ਉਹਨਾਂ ਦੇ ਵਿੱਚੋਂ ਇਹ ਇੱਕ ਵਾਰ ਹੈ। ਸੋ ਇਹਦੇ ਵੀ ਸਰਲ ਤੁਸੀਂ ਨੇ ਜ਼ਰੂਰ ਬੇਟਾ ਪੜ੍ਹ ਲੈਣੇ। ਮੈਂ PDF ਭੇਜ ਦੂੰਗਾ, ਇਹ ਸਾਰੇ ਇੰਪੋਰਟੈਂਟ ਨੇ, ਠੀਕ ਹੈ ਬੇਟਾ ਇਹ। ਸੋ ਸਿਧਾਸਨ ਸਭ ਜਗਤ ਦੇ ਨਾਨਕ ਆਦਮਤੇ ਕੇ ਜੇ ਕੋਆ, ਸੋ ਉਹਦੇ ਵਿੱਚ ਸਤਿਗੁਰੂ ਨਾਨਕ ਪ੍ਰਗਟਿਆ ਵਿੱਚੋਂ ਹੀ ਲਏ ਗਏ ਹਨ। ਇਹ ਸਾਰੀ PDF ਤੁਹਾਨੂੰ ਮੈਂ ਸੈਂਡ ਕਰ ਦੂੰਗਾ, ਜ਼ਰੂਰ ਪੜ੍ਹ ਲੈਣਾ। ਅੱਗੇ ਦੇਖੋ ਬੇਟਾ, ਭਾਈ ਗੁਰਦਾਸ ਜੀ ਦੀ ਰਚਨਾ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਜਾਣੇ, ਸਾਨੂੰ ਮਤਲਬ ਕਿ ਕਿਸੇ ਨੂੰ ਵੱਲ ਵੀ ਜੋ ਹੈ ਕਿਹੋ ਜਿਹੀ ਨਜ਼ਰ ਰੱਖਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਨੇ ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਾਈਆਂ ਇਸਤਰੀਆਂ ਨੂੰ ਦੇਖ ਕੇ, ਜੇਕਰ ਉਮਰ 'ਚ ਵੱਡੀ ਹੈ ਤਾਂ ਮਾਵਾਂ ਬਰਾਬਰ ਹਨ, ਤਾਂ ਭੈਣਾਂ ਛੋਟੀਆਂ ਤਾਂ ਧੀਆਂ ਦੇ ਬਰਾਬਰ ਉਹਨੂੰ ਸਮਝਣਾ ਚਾਹੀਦਾ ਹੈ। ਆਪ ਭਲਾ ਸਭ ਜਗ ਭਲਾ, ਇਹ ਵੀ ਭਾਈ ਗੁਰਦਾਸ ਜੀ ਦੀ ਹੀ ਰਚਨਾ ਹੈ। ਆਪ ਭਲਾ, ਜੇਕਰ ਅਸੀਂ ਚੰਗੇ ਹੋਵਾਂਗੇ ਤਾਂ ਹੀ ਜੱਗ ਚੰਗਾ ਹੋਵੇਗਾ। ਸੋ ਅੱਗੇ ਬੇਟਾ ਸਾਨੂੰ ਜੋ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਹੀ ਹੈ, ਨਾ ਤਿਸ ਭਾਵੇ ਪਰਬਤਾ ਅਸਮਾਨ ਕਹਿੰਦੇ, ਉਸ ਪਰਮਾਤਮਾ ਨੂੰ ਚੰਗਾ ਕੀ ਲੱਗਦਾ ਹੈ? ਉਹਨੂੰ ਵੱਡੇ ਵੱਡੇ ਪਹਾੜ ਚੰਗੇ, ਪਰਬਤ ਚੰਗੇ ਲੱਗਦੇ ਹਨ? ਨਹੀਂ, ਉਹਨਾਂ ਨੂੰ ਉਹ ਚੰਗੇ ਲੱਗਦੇ ਹਨ ਬੇਟਾ ਜੋ ਕਿ ਅਕਿਰਤ ਘਾਨੀ ਹੁੰਦੇ ਹੈਗੇ, ਠੀਕ ਹੈ। ਧਰਤੀ ਨੂੰ ਭਾਰੇ ਕੀ ਲੱਗਦੇ ਹਨ? ਨਾ ਤਿਸ ਭਾਰੇ ਪਰਬਤਾ, ਉਹਨੂੰ ਭਾਰੇ ਨਹੀਂ ਲੱਗਦੇ ਵੱਡੇ ਵੱਡੇ ਪਰਬਤ। ਜਿਹੜੇ ਵੱਡੇ ਵੱਡੇ ਪਰਬਤ ਹਨ, ਪਹਾੜ ਹਨ, ਉਸ ਨੂੰ ਭਾਰੇ ਨਹੀਂ ਲੱਗਦੇ ਹੈਗੇ। ਵੱਡੇ ਵੱਡੇ ਸਮੁੰਦਰ ਹਨ, ਕੋਟਗੜ੍ਹ ਘਰ ਦਿਸੰਦੇ, ਨਹੀਂ, ਉਹ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਭਾਰਾ ਕੀ ਲੱਗਦਾ ਹੈ? ਫਿਰ ਉਸ ਨੂੰ ਅਕਿਰਤ ਘਣ ਭਾਰਾ ਲੱਗਦਾ ਹੈ। ਮੰਦੀ ਹੋ ਮੰਦੇ, ਉਹ ਸਭ ਤੋਂ ਵੱਧ ਮੰਦੇ ਲੱਗਦੇ ਹਨ। ਉਹ ਅਕਿਰਤ ਘਣ ਦਾ ਮਤਲਬ ਜੋ ਕਿਸੇ ਅਹਿਸਾਨ ਨੂੰ ਭੁੱਲ ਜਾਂਦਾ ਹੈ। ਸੋ ਅੱਗੇ ਦੇਖੋ ਬੇਟਾ, ਬੁੱਲੇ ਸ਼ਾਹ ਦੀ ਕਵਿਤਾ ਆ ਗਈ ਜੀ। ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਮੈਂ ਭੰਗਾਂ ਵਿੱਚ ਸ਼ਰਾਬਾਂ, ਨਾ ਮੈਂ ਹਿੰਦ ਮਸਤ ਖਰਾਬਾਂ, ਨਾ ਮੈਂ ਜਾਗਣ ਨਾ ਵਿੱਚ ਸੌਣ, ਬੁੱਲਾ ਕੀ ਜਾਣਾ ਮੈਂ ਕੌਣ। ਬੁੱਲਾ ਜਿੱਥੇ ਗੱਲ ਕਰਦਾ ਹੈ, ਕਹਿੰਦਾ ਵੀ ਨਾ ਦੇਖ, ਕੋਈ ਕਹਿੰਦਾ ਵੇਦ ਪਾਠ, ਕਹਿੰਦਾ ਮੈਂ ਧਾਰਮਿਕ ਕਿਤਾਬਾਂ ਪੜ੍ਹਨ ਵਾਲਿਆਂ ਵਿੱਚ ਸ਼ਾਮਿਲ ਹੋਵਾਂਗਾ, ਨਹੀਂ, ਕਹਿੰਦਾ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਨਾ ਮੈਂ ਭੰਗ ਪੀ ਕੇ ਸ਼ਰਾਬ ਪੀ ਕੇ ਪੀਣ ਵਾਲੇ ਸ਼ਾਮਿਲ ਹਾਂ, ਨਹੀਂ, ਇੱਦਾਂ ਦੀ ਗੱਲ ਵੀ ਨਹੀਂ ਹੈਗੀ। ਸੋ ਵਿਦਿਆਰਥੀਓ, ਇਹਦੇ ਵਿੱਚ ਜੋ ਬੁੱਲੇ ਸ਼ਾਹ ਨੇ ਦੱਸਿਆ ਹੈ ਕਿ ਜੋ ਰਾਤੇ ਰਾਤ ਜਾਗਦੇ ਰਹਿੰਦੇ ਹਨ, ਜਗਰਾਤੇ ਕੱਟਦੇ ਹਨ, ਜਾਗਣ ਸੌਣ, ਉਹਨਾਂ ਵਿੱਚ ਨਹੀਂ ਹੈਗੀ ਬੁੱਲਾ ਕੀ ਜਾਣਾ ਮੈਂ ਕੌਣ। ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ, ਠੀਕ ਹੈ ਨਾ। ਸੋ ਅੱਗੇ ਦੇਖੋ, ਇਹੀ ਪਹਿਰਾ ਅੱਗੇ ਹੋਰ ਦਿੱਤਾ ਗਿਆ ਇਹਦਾ ਅੱਗੇ, ਤਾਂ ਤੁਸੀਂ ਜ਼ਰੂਰ ਪੜ੍ਹ ਲੈਣਾ ਜੀ। ਇਹ ਬੁੱਲੇ ਸ਼ਾਹ ਦੀ ਕਵਿਤਾ ਕਾਫੀ ਵਿੱਚੋਂ ਲਿਆ। ਵੇਦ ਕੁਰਾਨਾ ਪੜ੍ਹ ਥੱਕੇ, ਸਿਜਦੇ ਕਰਦਿਆਂ ਕੱਸ ਗਏ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਨ ਪਾਇਆ ਤਿੰਨ ਨੂਰ ਅਨਵਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਬੁੱਲੇ ਸ਼ਾਹ ਦੀ ਰਚਨਾ ਇਸ਼ਕ ਦੀ ਨਵੀਂ ਨਵੀਂ ਬਹਾਰ ਦੇ ਵਿੱਚ ਲਿਆ ਗਿਆ ਹੈ, ਰੱਬ ਕਿਵੇਂ ਮਿਲਦਾ ਹੈਗਾ ਜੀ। ਸੋ ਤੇਰਾ ਨਾਮ ਤੇ ਆ ਜਾਂਦਾ ਸਾਈਂ ਬੁੱਲੇ ਸ਼ਾਹ ਜੀ। ਵੈਸੇ ਕਲਾਸ 'ਚ ਮੈਂ ਪੜ੍ਹਾ ਰੱਖੇ ਨੇ ਸਾਰਾ ਕੁਛ ਇਹ ਜੀ। ਅਤੇ ਨਾਜ਼ੁਕ ਪੈਰ ਮਲੂਕ ਸੱਸੀ ਦੇ ਬੇਟਾ, ਇਹ ਹਾਸ਼ਮ ਦੀ ਰਚਨਾ ਹੈ, ਜਿਸ 'ਚ ਆਪਾਂ ਨੇ ਗੱਲ ਕੀਤੀ ਸੀ ਸੱਸੀ ਦੇ ਬਾਰੇ, ਕਿ ਜਿਹੜੀ ਰੇਗਿਸਤਾਨ ਦੇ ਥਲਾਂ ਦੇ ਵਿੱਚ ਵਿਦਿਆਰਥੀਓ ਪੁੰਨੂ ਦਾ ਪਿੱਛਾ ਕਰਦੀ ਉਹ ਜੋ ਹੈ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਂਦੀ ਹੈ। ਉਹਦੀ ਡੈਥ ਹੋ ਜਾਂਦੀ ਹੈ, ਕਿਉਂਕਿ ਉਸ ਦਿਨ ਬਹੁਤ ਜ਼ਿਆਦਾ ਧੁੱਪ ਵੀ ਸੀ, ਗਰਮੀ ਵੀ ਸੀ, ਸੜ ਰਹੀ ਰੇਤ ਸੀਗੀ ਜੀ, ਜਿਹਦੇ ਕਰਕੇ ਉਹ ਪੁੰਨੂ ਦਾ ਪਿੱਛਾ ਕਰਦੀ ਹੋਈ ਉੱਥੇ ਮੌਤ ਹੋ ਜਾਂਦੀ ਹੈ ਉਹਦੀ। ਸੋ ਅੱਗੇ ਬੇਟਾ ਦੇਖੋ ਹੈਗਾ, ਹੀਰ ਆਖਦੀ ਜੋਗੀਆ ਝੂਠ ਬੋਲਣੀ, ਵਾਰਿਸ ਸ਼ਾਹ ਦੀ ਰਚਨਾ। ਦੇਖੋ ਪ੍ਰਸਿੱਧ ਰਚਨਾ ਹੈਗੀ ਵਾਰਿਸ ਸ਼ਾਹ ਦੀ ਜੀ। ਵਾਰਿਸ ਸ਼ਾਹ ਦੀ ਜਿਹਦੇ ਵਿੱਚ ਜਦੋਂ ਫਿਰ ਰਾਂਝਾ ਜੋਗੀ ਬਣ ਕੇ ਉਹਨਾਂ ਦੇ ਪਿੰਡ ਵਿੱਚ ਆਉਂਦਾ ਹੈ, ਅਤੇ ਉਸ ਸਮੇਂ ਦੀ ਰਚਨਾ ਹੈਗੀ ਹੈ ਜੀ। ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਵਿਛੜੇ ਯਾਰ ਮਿਲਾਉਂਦਾ ਈ, ਐਸਾ ਕੋਈ ਨਾ ਮਿਲਿਆ ਇਹ ਕੋਈ ਨਾ ਮਿਲਿਆ, ਮੈਂ ਭਾਲ ਥੱਕੀ ਜਿਹੜਾ ਗਿਆ ਨੂੰ ਮੋੜ ਲਿਆਉਂਦਾ। ਦੇਖੋ ਬਹੁਤ ਸੋਹਣੀ ਰਚਨਾ ਹੈਗੀ ਹੈ ਜੀ, ਇਹ ਵਾਰਿਸ ਸ਼ਾਹ ਦੀ ਲਿਖੀ ਹੋਈ ਰਚਨਾ ਹੈਗੀ ਹੈ ਜੀ। ਹੀਰ ਦੇ ਵਿੱਚੋਂ ਲਿਆ ਗਿਆ ਹੈਗਾ, ਜਿਹਦੇ ਵਿੱਚ ਉਹ ਗੱਲ ਕਹਿੰਦੀ ਹੈ ਕਿ ਭਾਈ ਜੋਗੀ ਨਾਲ ਉਹਦੀ ਜੋ ਗੱਲਬਾਤ ਹੁੰਦੀ ਹੈ ਜਦੋਂ ਰਾਂਝਾ ਜੋਗੀ ਬਣ ਕੇ ਉਹਨਾਂ ਦੇ ਪਿੰਡ ਰੰਗਪੁਰ ਖੇੜੇ ਆਉਂਦਾ ਹੈ, ਉਸ ਸਮੇਂ ਦੀ ਗੱਲ ਹੈ ਜੀ ਇਹ, ਠੀਕ ਹੈ। ਪੜ੍ਹ ਲਿਓ ਬੇਟਾ ਅੱਗੇ ਦੇਖੋ, ਸ਼ਾਹ ਮੁਹੰਮਦ ਦੀ ਰਚਨਾ ਆਪਾਂ ਪੜ੍ਹੇ ਸੀ, ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਜਿਹਦੇ ਵਿੱਚ ਤੁਸਾਂ ਵੱਜਿਆ ਕੂਚ ਦਾ ਹੁਕਮ ਹੋਇਆ,
ਚੜੇ ਸੂਰਮੇ ਸਿੰਘ ਦਲੇਰ ਮੀਆਂ, ਚੜੇ ਪੁੱਤ ਸਰਦਾਰਾਂ ਦੇ ਛੈਲ ਬਾਕੀ ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ। ਸੋ ਬੇਟਾ ਆਪਾਂ ਨੇ ਪੜ੍ਹਿਆ ਸੀਗਾ ਜੰਗਨਾਮਾ ਸਿੰਘਾਂ ਫਰੰਗੀਆਂ ਦੇ ਵਿੱਚ, ਜਿਹੜੀ ਕਿ ਸ਼ਾਹ ਮੁਹੰਮਦ ਜੀ ਦੀ ਰਚਨਾ ਹੈਗੀ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਤੋਂ ਬਾਅਦ ਜੋ ਸਿੱਖ ਫੌਜਾਂ ਅਤੇ ਅੰਗਰੇਜ਼ਾਂ ਦੇ ਵਿਚਕਾਰ ਜੋ ਯੁੱਧ ਹੁੰਦਾ ਹੈ ਉਹਦਾ ਵਰਣਨ ਇਹਦੇ ਵਿੱਚ ਕੀਤਾ ਗਿਆ ਹੈਗਾ ਜੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਹੇ ਪਾਸੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀ ਖਾਲਸੇ ਨੇ ਤੇਗਾਂ ਮਾਰੀਆਂ ਨੇ। ਉਹ ਗੱਲ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਾ ਹੋਇਆ, ਕਹਿੰਦਾ ਜੇਕਰ ਕਿ ਮਹਾਰਾਜਾ ਰਣਜੀਤ ਸਿੰਘ ਅੱਜ ਜਿਉਂਦੇ ਹੁੰਦੇ ਤਾਂ ਉਹ ਸਾਨੂੰ ਵੱਡੇ ਵੱਡੇ ਇਨਾਮ ਦਿੰਦੇ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਕਿਉਂਕਿ ਇੱਕ ਪਾਸੇ ਪੰਜਾਬ ਹੈ ਅਤੇ ਦੂਜੇ ਪਾਸੇ ਹਿੰਦ ਭਾਵ ਹਿੰਦੁਸਤਾਨ ਦੇ ਵਿੱਚ ਜੋ ਅੰਗਰੇਜ਼ ਹਕੂਮਤ ਹੈ, ਫਰੰਗੀ ਹੈ, ਠੀਕ ਹੈ, ਉਹਨਾਂ ਦੇ ਨਾਲ ਯੁੱਧ ਹੋ ਰਿਹਾ ਹੈ। ਦੋਹੇ ਪਾਸੇ ਤਾਕਤਵਰ ਫੌਜਾਂ ਹਨ। ਸੋ ਬੇਟਾ ਅੱਗੇ ਦੇਖੋ ਕੁਝ ਕੇਂਦਰੀ ਭਾਵ ਲਿਖੇ ਗਏ ਨੇ, ਜੋ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਮਿੱਠ ਬੋਲਣ ਵਾਲੀ ਸੱਜਣ। ਇਹ ਆਪਾਂ ਜੋ ਹੈ ਅਗਲੀ ਕਲਾਸ ਦੇ ਵਿੱਚ ਜੋ ਪੜ੍ਹਾਂਗੇ। ਜਿੰਨਾ ਕੁ ਦੇਖੋ ਮੈਂ ਪੜ੍ਹਾਇਆ ਹੈ, ਕਿਉਂਕਿ ਵੀਡੀਓ ਲੰਬੀ ਹੋ ਜੀ ਫਿਰ ਅਪਲੋਡ ਨਹੀਂ ਹੁੰਦੀ ਜੀ, ਇਸ ਗੱਲ ਕਰਕੇ ਬੇਟਾ ਤੁਸੀਂ ਮੈਂ ਇਹ PDF ਤੁਹਾਨੂੰ ਸੈਂਡ ਕਰ ਰਿਹਾ ਹਾਂ, ਤਾਂ ਤੁਸੀਂ ਜਿੰਨਾ ਮੈਂ ਪੜ੍ਹਾਇਆ ਉਹਨੂੰ ਜ਼ਰੂਰ ਸੁਣਨਾ ਹੈ। ਅਤੇ ਉਸ ਤੋਂ ਬਾਅਦ ਵਿੱਚ ਇਹ ਜਿਹੜੇ ਜਿੰਨੇ ਆਪਾਂ ਨੇ ਪੜ੍ਹੇ ਹਨ ਅੱਜ, ਇਹ ਸਰਲ ਅਰਥ ਹਨ, ਚਾਹੇ ਪ੍ਰਸ਼ਨ ਉੱਤਰ ਹਨ, ਉਹਨੂੰ ਬੇਟਾ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੇਪਰਾਂ ਦੇ ਵਿੱਚ ਤੁਹਾਨੂੰ ਬਹੁਤ ਕੁਛ ਇਹਨਾਂ PDF ਦੇ ਵਿੱਚੋਂ, ਇਸ ਰਿਵੀਜ਼ਨ ਦੇ ਵਿੱਚੋਂ ਹੀ ਆ ਜਾਵੇਗਾ। ਧੰਨਵਾਦ, ਮਿਲਾਂਗੇ ਅਗਲੀ ਕਲਾਸ ਦੇ ਵਿੱਚ।